Subscribe now and press the bell icon. Never miss an update. हरियाणा सरकार मुर्दाबाद, मोदी कट्टर मुर्दाबाद। वो तो नहीं चाहिए ना, तो पूरी ताकत के साथ हम जगह लेते रहो। आप बीच की जगह भर्ती शुरू कर देंगे। नमस्कार, मैं हैप्पी सिंगला पीवी न्यूज़ ਵਿੱਚ ਤੁਹਾਡਾ ਸਵਾਗਤ ਕਰ ਰਹੀ ਹਾਂ। ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਸਿਰਸਾ ਤੋਂ ਟਾਊਨ ਪਾਰਕ ਦੀਆਂ। ਅੱਜ ਜਿਵੇਂ ਕਿ ਤੁਹਾਨੂੰ ਪਿੱਛੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਜਿੰਨਾ ਮਜ਼ਦੂਰ ਵਰਗ ਹੈ ਉਸ ਦਾ ਭਾਰੀ ਇਕੱਠ ਹੈ ਤੇ ਅੱਜ ਜੋ ਸਰਕਾਰ ਹੈ, ਜੋ ਹਰਿਆਣਾ ਸਰਕਾਰ ਅੱਜ ਘੇਰਾਬੰਦੀ ਕਰਨ ਜਾ ਰਹੇ ਨੇ ਉਸ ਦੀ ਲੇਕਿਨ ਕੀ ਵਜ੍ਹਾ ਹੈ, ਜਿਵੇਂ ਕਿ ਤਖਤੀਆਂ ਤੋਂ ਦਿਖਾ ਰਹੇ ਹਾਂ ਕਿ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ CITU ਵੱਲੋਂ ਜੋ ਸਰਕਾਰ ਹੈ ਉਸ ਦਾ ਅੱਜ ਘੇਰਾਵ ਕਰਨ ਜਾ ਰਹੇ ਨੇ। ਦੂਸਰੇ ਪਾਸੇ ਵੇਖੀਏ ਤੇ ਜੋਸ਼ ਵੀ ਪੂਰਾ ਹੈ ਤੇ ਗੁੱਸਾ ਵੀ ਪੂਰਾ ਹੈ। ਉਹਨਾਂ ਦੀਆਂ ਕੀ ਮੰਗਾਂ ਨੇ, ਕੀ ਅੱਜ ਕਿਸ ਵਜ੍ਹਾ ਕਰਕੇ ਅੱਜ ਘੇਰਾਵ ਹੋਣ ਜਾ ਰਿਹਾ, ਗੱਲ ਕਰਵਾਉਂਦੇ ਹਾਂ ਕੁਝ ਮੈਂਬਰਾਂ ਦੇ ਨਾਲ ਤੇ ਜਾਣਦੇ ਹਾਂ ਕਿ ਅੱਜ ਇੰਨੇ ਲਾਲ ਝੰਡੇ ਦਿਖਾਏ ਜਾ ਰਹੇ ਆ, ਮੁਰਦਾਬਾਦ ਦੇ ਨਾਰੇ ਲੱਗ ਰਹੇ ਹਨ, ਇਹਨਾਂ ਦੀ ਏਕਤਾ ਜਿੰਦਾਬਾਦ ਦੇ ਨਾਰੇ ਲੱਗ ਰਹੇ ਹਨ। ਮੌਕੇ ਤੋਂ ਸਿੱਧੀਆਂ ਤਸਵੀਰਾਂ ਟਾਊਨ ਪਾਰਕ ਤੋਂ। ਅੱਜ ਸਰਕਾਰ ਦੀ ਘੇਰਾਬੰਦੀ ਕਿਉਂ ਕੀਤੀ ਜਾ ਰਹੀ ਹੈ? ਇਹ ਜੀ ਸਰਕਾਰ ਦੀ ਘੇਰਾਬੰਦੀ CITU ਦੀ ਤਰਫੋਂ ਅਸੀਂ ਵੀ ਮਿਡ ਡੇ ਮੀਲ ਕੁੱਕ ਇਹਨਾਂ 'ਚ ਸ਼ਾਮਲ ਹੋਏ ਹਾਂ। ਇਸ ਕਰਕੇ ਕਿ ਇਹ ਜਿਹੜੀ ਮਿਡ ਡੇ ਮੀਲ ਕੁੱਕ ਹੈ ਇਹ ਬਿਲਕੁਲ ਸਕੀਮ ਵਰਕਰ ਰੱਖਿਆ ਸਰਕਾਰ ਨੇ, ਕਾਨੂੰਨ ਨਹੀਂ ਬਣਾਇਆ ਔਰ 10 ਮਹੀਨੇ ਤਨਖਾਹ ਦਿੰਦੀ ਹੈ ਔਰ ਉਹ ਵੀ 6 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਔਰ 60 ਸਾਲ ਦੀ ਨੂੰ 25 ਸਾਲਾਂ ਬਾਅਦ 30 ਸਾਲਾਂ ਬਾਅਦ ਕੰਮ ਕਰਕੇ ਹੁਣ 60 ਸਾਲਾਂ ਵਾਲੀਆਂ ਨੂੰ ਹਟਾ ਦਿੱਤਾ ਗਿਆ, ਬਿਨਾਂ ਚੁੰਨੀ ਤੱਕ ਵੀ ਨਹੀਂ ਦਿੱਤਾ ਗਿਆ ਔਰ ਕੁਛ ਨਹੀਂ ਮਿਲ ਰਿਹਾ ਇਹਨਾਂ ਨੂੰ। ਗਰੀਬ ਪਰਿਵਾਰਾਂ ਤੋਂ ਔਰ ਵਿਧਵਾ, ਜ਼ਿਆਦਾਤਰ ਵਿਧਵਾ ਹੈ, SC ਪਰਿਵਾਰਾਂ ਤੋਂ ਹੈ। ਜਦੋਂ ਵਿਡੋ ਨੂੰ ਰੱਖ ਰਹੀ ਹੈ ਸਰਕਾਰ ਤੇ ਉਹਨਾਂ ਨੂੰ ਪੂਰੇ ਦੇ ਪੂਰੇ 12 ਦੇ 12 ਮਹੀਨੇ ਵੇਤਨ ਮਿਲਣਾ ਚਾਹੀਦਾ ਔਰ ਇਹ ਨਹੀਂ 3500 ਨਹੀਂ, ਘੱਟ ਤੋਂ ਘੱਟ ਸਰਕਾਰ ਦੇ ਆંકੜੇ ਅਨੁਸਾਰ 24000 ਮੈਕਸਿਮਮ ਨਿਊਨਤਮ ਵੇਤਨ ਆ। ਜਿੰਦਾ ਰਹਿਣ ਵਾਸਤੇ, ਤਨ ਢੱਕਣ ਵਾਸਤੇ, ਸਿਰ ਢੱਕਣ ਵਾਸਤੇ 24,000 ਰੁਪਏ ਨਿਊਨਤਮ ਵੇਤਨ ਹੋਵੇ। ਔਰ ਸਭ ਤੋਂ ਵੱਡੀ ਮੰਗ ਅੱਜ ਇਹ ਹੈ ਕਿ ਜਿਹੜੀ ਸਾਡੇ ਤਨਖਾਹ ਰੋਕ ਰਹੀ ਹੈ, ਤਨਖਾਹ ਤੇ ਨਹੀਂ ਹੈ, ਮਾਨ ਦੇ ਹੈ, ਮਾਨ ਕਰ ਰਹੀ ਹੈ ਸਰਕਾਰ। ਔਰ ਕਿਹੜੀ ਗੱਲ ਦਾ ਮਾਨ ਕਰ ਰਹੀ ਹੈ? ਪੂਰੇ ਪਿੰਡ ਦੇ ਜੂਠੇ ਬਰਤਨ ਮਾਂਜ ਰਹੇ ਹਾਂ ਜਦੋਂ ਅਸੀਂ ਗਰੀਬ ਪਰਿਵਾਰਾਂ 'ਚੋਂ ਹਾਂ, ਤੇ ਮਾਨ ਅਸੀਂ ਇਹ ਸਰਕਾਰ ਦਾ ਨਹੀਂ ਲਵਾਂਗੇ। ਅਸੀਂ ਸਰਕਾਰ ਦੇ ਘੁਟਨੇ, ਜਿਵੇਂ ਕਿਸਾਨਾਂ ਨੇ 3 ਕ੍ਰਿਸ਼ੀ ਕਾਨੂੰਨਾਂ ਤੇ ਜਾ ਕੇ ਦਿੱਲੀ ਬੈਠੇ ਆ ਨਾ, ਜੇ CITU ਆਪਣੇ ਆਪ ਤੇ ਆ ਗਏ, ਅਸੀਂ ਲਾਲ ਝੰਡੇ ਆ ਸਾਡੇ ਗਰੀਬਾਂ ਦੇ ਆ, ਤੇ ਅਸੀਂ ਉਹਨਾਂ ਨੂੰ ਆਪਣੇ ਸਰਕਾਰ ਨੂੰ ਵਿਖਾ ਦਾਂਗੇ ਕਿ ਇੱਥੇ ਜਿਵੇਂ ਪਹਿਲੋਂ ਨਹੀਂ ਸਰਕਾਰਾਂ ਰਹੀਆਂ ਉਵੇਂ ਇਹ ਸਰਕਾਰ ਦੀ ਵੀ ਜੜੋਂ ਖਤਮ ਕਰ ਦਾਂਗੇ। ਅਸੀਂ ਅੱਜ ਰਾਜਨੀਤਿਕ ਗੱਲ ਨਹੀਂ ਕਰ ਰਹੇ, ਅਸੀਂ ਗਰੀਬ ਜਿਹੜੀ ਗੱਲ ਹੈ ਮਜ਼ਦੂਰਾਂ ਦੀ ਗੱਲ ਕਰ ਰਹੇ ਹਾਂ ਕਿ ਮਜ਼ਦੂਰਾਂ ਦੀ ਵੋਟ ਆ, ਮਜ਼ਦੂਰਾਂ ਨੇ ਬਿਠਾਇਆ ਇਹਨੂੰ, ਦੁਸ਼ਯੰਤ ਚੌਟਾਲੇ ਨੂੰ ਤੇ ਮੋਦੀ ਨੂੰ ਤੇ ਖੱਟਰ ਨੇ। ਅਗਰ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਅੱਗੇ ਦੀ ਪਲਾਨਿੰਗ ਕੀ ਆ? ਅੱਗੇ ਦੀ ਪਲਾਨਿੰਗ ਹੈ ਕਿ ਅਸੀਂ ਚੰਡੀਗੜ੍ਹ ਦਾ ਘਰਾਵ ਕਰਾਂਗੇ, ਅਸੀਂ ਰੋਹਤਕ ਜਿਹੜਾ ਮੰਤਰੀ ਹੈ ਉਹਦਾ ਘਰਾਵ ਕਰਾਂਗੇ। ਤੇ ਅਸੀਂ ਅਜੇ ਥੋੜਾ ਜਿਹਾ ਵਿਖਾਇਆ ਕਿ ਚਲੋ ਇਹ ਪਹਿਲੀ ਪੌੜੀ ਹੈ ਸਾਡੀ, ਇਹ ਪੌੜੀ ਨਾ ਇਹਨੇ ਸੁਣਵਾਈ ਕੀਤੀ ਅੱਜ, ਤੇ ਅਸੀਂ ਜੋ ਵੀ ਕਰ ਸਕਦੇ ਹਾਂ। ਜਦੋਂ 6 ਮਹੀਨੇ ਦੀ ਤਨਖਾਹ ਹੀ ਨਹੀਂ ਮਿਲੀ, ਅਸੀਂ ਭੁੱਖੇ ਨੰਗੇ ਬੈਠੇ ਹਾਂ, ਅਸੀਂ ਉੱਥੇ ਜਾ ਕੇ ਬਹਿ ਜਾਾਂਗੇ। ਕਮ ਸੇ ਕਮ ਲੰਗਰ। ਕੀ ਨਾਮ ਹੈ ਮੈਡਮ ਤੁਹਾਡਾ? ਗਗਨਦੀਪ ਫਤਿਆਬਾਦ ਤੋਂ ਮੈਂ, ਮਿਡ ਡੇ ਮੀਲ ਦੀ ਜ਼ਿਲ੍ਹਾ ਪ੍ਰਧਾਨ, ਪੱਠਾ ਮਜ਼ਦੂਰਾਂ ਦਾ ਜ਼ਿਲ੍ਹਾ ਸਚਿਵ, ਜ਼ਿਲ੍ਹੇ ਦੀ ਉਪ ਪ੍ਰਧਾਨ, CITU ਸੰਗਠਨ ਹੈ ਮੇਰਾ। ਹਾਂਜੀ ਮੈਡਮ, ਤੁਸੀਂ ਕੀ ਕਹਿਣਾ ਚਾਹੋ? ਇਹ ਮੇਰਾ ਕਹਿਣਾ ਹੈ ਜੀ ਵੀ ਜੋ ਅੱਜ ਅਸੀਂ ਦੇਖੋ ਇਕੱਠੇ ਹੋ ਕੇ ਇਸ ਮੰਤਰੀ ਨੂੰ ਅਸੀਂ ਵੋਟਾਂ ਪਾ ਕੇ, ਬੜਾ ਕੁਰਸੀ ਤੇ ਕੋਈ ਐਵੇਂ ਨਹੀਂ ਬੈਠਦਾ ਤੇ ਕੁਰਸੀ ਤੇ ਬਿਠਾਇਆ, ਤੇ ਅੱਜ ਇਹ ਦੁਸ਼ਯੰਤ ਦੇ ਦੇਖੋ ਘਰ ਦੇ ਵਿੱਚ ਆਏ ਆ, ਇਹਨੂੰ ਮਿਲਣਾ ਚਾਹੀਦਾ ਹੈ ਔਰ ਜੋ ਸਾਡੀਆਂ ਜਾਇਜ਼ ਮੰਗਾਂ ਨੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਨੇ। 19 ਤਰੀਕ ਨੂੰ ਸਿੱਖਿਆ ਮੰਤਰੀ ਨੂੰ ਮਿਲ ਕੇ ਆਏ, ਸਿੱਖਿਆ ਮੰਤਰੀ ਨੇ 12 ਮੰਗਾਂ ਦੇ ਵਿੱਚੋਂ 4 ਮੰਗਾਂ ਦੇ ਵਿੱਚ ਹਾਂ ਭਰੀ। 65 ਸਾਲ ਕਹਿੰਦੇ ਉਮਰ ਕਰ ਦਾਂਗੇ, 2 ਲੱਖ ਰੁਪਈਆ ਰਿਟਾਇਰਮੈਂਟ ਦੇ ਦਾਂਗੇ ਔਰ ਵਰਦੀ ਜੋ ਹੈ 300 ਰੁਪਈਆ ਵਰਦੀ ਦਾ ਹੈ ਤਾਂ ਅਸੀਂ 1200 ਰੁਪਈਆ ਜੋ ਹੈ ਵਰਦੀ ਦਾ ਦੇ ਦਾਂਗੇ। ਔਰ ਇਹਦੇ ਵਿੱਚ 8-8 ਮਹੀਨੇ ਜੋ ਸਾਡਾ ਪੈਸਾ ਨਹੀਂ ਪੈ ਰਿਹਾ, ਅੱਗੇ ਤੁਹਾਡਾ ਪੈਸਾ ਹੁਣੇ ਹੀ ਪਾ ਦਾਂਗੇ। ਹਜੇ ਤੱਕ ਸਾਡਾ ਪੈਸਾ ਵਰਕਰਾਂ ਕੋਲ ਪੂਰਾ ਨਹੀਂ ਪਹੁੰਚਿਆ। ਸਰਕਾਰ ਮਿੱਠੀਆਂ ਗੋਲੀਆਂ ਦੇ ਰਹੀ ਹੈ ਤੇ ਸਰਕਾਰ ਸਾਨੂੰ ਮਿੱਠੀਆਂ ਗੋਲੀਆਂ ਦੇ ਰਹੀ ਹੈ, ਅਸੀਂ ਮਿੱਠੀਆਂ ਗੋਲੀਆਂ ਨਹੀਂ ਲੈਣ ਵਾਲੇ। ਇਹ ਤਾਂ ਉਹ ਕਹਿੰਦੇ ਨੇ ਔਰਤ ਚਲਿੱਤਰ ਵਿਖਾਉਂਦੀ ਹੈ, ਇੱਕ ਪਹਿਲਾ ਚਲਿੱਤਰ ਹੈ ਤੇ ਚਲਿੱਤਰ ਸਾਡੇ 'ਚ ਬਹੁਤ ਨਹੀਂ। ਅਸੀਂ ਬਹੁਤ ਹੀ ਅੱਗੇ ਵਧਾਂਗੇ। ਸਟੇਟ ਨੇ ਜੋ ਆਹਵਾਨ ਕਰਿਆ
ਤੇ ਵੱਧ ਚੜ ਕੇ ਅੰਦੋਲਨ ਨੂੰ ਅੱਗੇ ਕਰਾਂਗੇ। ਜੋ ਵਾਅਦੇ ਕਰੇ ਨੇ, ਜੋ ਜ਼ੁਬਾਨ ਕਰੀਏ, ਬੰਦੇ ਦਾ ਕੰਮ ਹੁੰਦਾ ਹੈ ਜ਼ੁਬਾਨ ਨੂੰ ਪਗਾਉਣਾ। ਅਗਰ ਸਿੱਖਿਆ ਮੰਤਰੀ ਬੰਦਾ ਤੇ ਬਈ ਆਪਣੀ ਜ਼ੁਬਾਨ ਪਗਾਵੇ, ਚਾਰ ਮੰਗਾਂ ਤੇ ਹਾਂ ਭਰੇ। ਤੇ ਇਹ ਅਸੀਂ ਇਸ ਦੇ ਵਿੱਚ ਬਹੁਤ ਗੁੱਸੇ 'ਚ ਹਾਂ। ਹੁਣ ਅਸੀਂ ਇਹਦੇ ਕੋਲ ਆਪਣਾ ਬਹੁਤ ਬੜੇ ਲੈਵਲ ਤੇ ਇਹਦੇ ਘਰ ਦੇ ਵਿੱਚ ਆਉਣ ਵਾਲੇ ਹਾਂ, ਤਗੜੀ ਰੈਲੀ ਲੈ ਕੇ ਔਰ ਪੂਰੀ ਤਿਆਰੀ ਦੇ ਨਾਲ ਆਉਣ ਵਾਲੇ ਹਾਂ, ਤਾਂ ਇਹ ਡਾਇਰੈਕਟਰ ਨੂੰ ਆਪਦਾ ਹੁਣੇ ਹੀ ਮੈਸੇਜ ਦੇਵੇ ਕਿ ਮਿਡ ਡੇ ਮੀਲ ਦੀਆਂ ਜਿਹੜੀਆਂ ਮੰਗਾਂ ਉਹ ਪੂਰੀਆਂ ਕਰੇ। ਔਰ ਕਿਸਾਨਾਂ ਦਾ ਜੋ ਕਾਨੂੰਨ ਹੈ, 3 ਕਾਨੂੰਨ ਹੈ, ਉਹ ਬਹੁਤ ਭੱਦੇ ਕਾਨੂੰਨ ਹੈ। ਆਮ ਜਨਤਾ ਨੂੰ ਵੀ ਮਾਰਨਗੇ, ਕਿਸਾਨ ਤਾਂ ਨਾਲ ਹੀ ਨਾਲ ਮਰਨਗੇ। ਤਾਂ ਜਿਹੜਾ ਕਿਸਾਨ ਮਜ਼ਦੂਰ ਵਿਰੋਧੀ ਕਾਨੂੰਨ ਇਹਨਾਂ ਨੂੰ ਵਾਪਸ ਲਏ, ਬਿਜਲੀ ਬਿੱਲ ਵਾਪਸ ਲਏ, ਔਰ ਜੋ 12 ਘੰਟੇ ਕੰਮ ਕਰਿਆ ਉਵੇਂ 8 ਘੰਟੇ ਕੰਮ ਕਰੇ। ਇਹੀ ਅਸੀਂ ਮੰਤਰੀ ਨੂੰ ਕਹਿ ਰਹੇ ਹਾਂ ਵੀ ਇਹ ਸਾਡੀਆਂ ਜੋ ਹੈ ਦੁਸ਼ਯੰਤ ਚੌਟਾਲਾ ਗੱਲਾਂ ਸੁਣੇ ਤੇ ਫੇਰ ਹੀ ਇਹਦਾ ਮਾਨ ਸਨਮਾਨ बढ़ेगा ਤੇ ਨਹੀਂ ਇਹ ये तो मुख्य मांग है। सफाई कर्मचारियों का लेटर वेटर आया आया तो नहीं अभी की है एसडीएम साहब लेटर दो मेल करवा दो। हमारे पास क्या दिक्कत है? मेल की बात आपके पास नहीं, हमारे पास नहीं है। आपने होटली ऊपर ले कौन माने? आपने होटली अगले नुक देंगे टेम्पो इतना टेम्पो से रोड पे क्या ना पड़ा रे? एसडीएम साहब मिलवा दिए। एसडीएम ने कठपुतली बना रहा, किले आगे धक्का मारते ताल चिट्ठी जारी एसडीएम ने तो गलियारा फुटबॉल बनाना क्या जीत रहे हैं? चिट्ठी जारी हो तो मतलब क्या पता क्या प्रोग्राम जब तक ना होगी आप बात करो। सभी लोग यही बैठ जाओ, बैठ जाओ जब तक कोई आज हम यहाँ पे अपनी मांगों को लेकर आज यहाँ पे पहुँचे थे और जो उप मुख्यमंत्री हैं उन्होंने कहा कि हम आपको टाइम दे रहे हैं मिलने का। 18 तारीख उन्होंने बताया, जो कि मौखिक रूप से बता रहे हैं। वो हम कह रहे हैं कि ये टाइम आप हमें लिखित में दें, लेकिन वो 2 लाइन लिखने में उनको जोर पड़ रहा है और इसीलिए हम यहाँ पे बैठे हुए हैं, धरने पे बैठे हुए हैं यहाँ सड़क के बीच में। जब तक वो हमें रिटर्न में नहीं देंगे तब तक हम यहाँ से उठ के नहीं जाएंगे। हम जानना ये चाह रहे कि ऐसी क्या तकलीफ है जब वो कह रहे हैं कि 18 तारीख को आप हमारी 48 नंबर कोठी में आ जाइए। हमने जिन अधिकारियों को कहा कि वहाँ पे जो लेबर डिपार्टमेंट है उसके तमाम अधिकारी उपस्थित होने चाहिए, पंचायत के डायरेक्टर उपस्थित होने चाहिए, उनकी भी उन्होंने हाँ भरी है कि हाँ वो उपस्थित होंगे। तो ये बात उनको लिख के देने में क्या तकलीफ है, हम ये जानना चाह रहे हैं और हम इंतज़ार कर रहे हैं कि वो रिटर्न में हमें इस बात का चिट्ठी देंगे ताकि हम अपने घर जाएं। ये सब दिहाड़ी मजदूर हैं, थोड़ी थोड़ी कमाई करने वाले हैं, मिड डे मील वर्कर है, आशा वर्कर है, आंगनबाड़ी की वर्कर और हेल्पर है, ग्रामीण सफाई कर्मचारी है, ग्रामीण चौकीदार हैं, चिनाई के मजदूर मिस्त्री हैं। यहाँ पे सब थोड़ी थोड़ी कमाई करने वाले लोग हैं जो अपना एक बड़ा खर्चा करके आज यहाँ पे पहुँचे हैं। अलबत्ता तो जब उनको 10 दिन पहले हमने बता दिया था कि हम आएंगे तो उनको हमसे बात करने के लिए यहाँ उपस्थित होना चाहिए था। अब वो जब उपस्थित भी नहीं है तो कम से कम वो सही तरीके से आश्वस्त तो करें हम लोगों को कि वो हमसे बात करेंगे।
क्योंकि हमें इनका चरित्र पता चल गया है और ये कोई आज की बात नहीं है। इससे पहले भी ये इन्होंने किया है कि ये रिटर्न में भी टाइम दे के कई बार मुकर गए हैं और बातचीत करके भी उसका समाधान नहीं कर रहे हैं। लेकिन आज जनता के अंदर गुस्सा है और वो समाधान चाहते हैं और समाधान करके ही हम दम लेंगे, उससे पहले हम दम लेने वाले नहीं हैं। यहाँ तो हम जब तक बैठे रहेंगे जब तक वो रिटर्न में हमें चिट्ठी नहीं दे देते। टाइम दिया है उन्होंने 18 तारीख का, तो वो 18 तारीख को मिलेंगे उप मुख्यमंत्री जी। इस बात की वो लिखित में हमें चिट्ठी दे दे, हम यहाँ से उठ के चले जाएंगे। हम यहाँ पे कोई बार बार यहाँ परमानेंट धरना लगाने नहीं आए हुए हैं, हम यहाँ पे बातचीत करने आए थे। लेकिन वो बातचीत के लिए उपस्थित नहीं है, तो उन्होंने कहा कि हम आपसे बात कर लेंगे बाद में। तो बाद में बात कर लोगे तो उसको रिटर्न में तो दोगे, मौखिक बात पे कल को मना कर दें अधिकारी नहीं, ऐसी तो कोई बात नहीं हुई थी। हमारे पास क्या सबूत है इस बात का कि ये बात। निर्माण के मजदूर 22 लाख मजदूर हैं जो काम करते हैं निर्माण के, और उनके लिए बोर्ड बना हुआ है। 2007 में हरियाणा में बोर्ड बना था, जिसके चेयरमैन है दुष्यंत चौटाला साहब। मैं खुद उस बोर्ड की जो सलाहकार समिति सरकार की उसका मेंबर हूँ। और जब से दुष्यंत साहब आए हैं चेयरमैन बन के, उस दिन के बाद में एक भी मीटिंग, सरकारी मीटिंग नहीं उन्होंने बुलाई है बोर्ड की मजदूरों के लिए। जो वेलफेयर बोर्ड बना हुआ है, आज उस वेलफेयर बोर्ड में 4,500 करोड़ रुपए से ज़्यादा है जो केवल और केवल निर्माण मजदूरों के लिए है। आज निर्माण मजदूर आप देख रहे होंगे 3 जिलों के 1000 से ज़्यादा मजदूर आए हैं, अकेले निर्माण मजदूर आए हैं कि उनके लिए सुरक्षा सामाजिक गारंटी कानून बना हुआ है। उसके तहत उनको मृतक को 5 लाख रुपए, कन्यादान 1,01,000 रुपये, स्कॉलरशिप 2 साल से सारी रुकी हुई है, कोई कुछ नहीं मिल रहा है किसी को, मतलब अनाप शनाप शर्तें थोपी जा रही है। इसलिए हम लोग यहाँ बैठे हैं क्योंकि जब वो कहने से सरकारी मीटिंग नहीं बुला रहे हैं, जो खुद के वो चेयरमैन है, तो मजदूरों के लिए वो तो मुकर जाएंगे बाद में। इसीलिए ज़्यादा गुस्सा इसलिए है हमारे संगठन में, हमारे नेताओं में, हमारे कार्यकर्ताओं में कि हमें लिखित में चिट्ठी कम से कम मिलनी चाहिए। और ना सिर्फ हमारी यूनियन को बल्कि तमाम अलग अलग जो यूनियनें हैं उनको अलग अलग टाइम देके जो डिप्टी सीएम भी हैं चौटाला साहब, और बात करनी चाहिए। और क्योंकि जनता के वो जवाबदेही बनते हैं, इसलिए जनता को जवाब भी उनको देना पड़ेगा।